BA ਭਾਗ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਅੱਜ ਆਪਾਂ ਤੁਹਾਡੇ ਪਾਠਕ੍ਰਮ ਵਿੱਚ ਨਿਰਧਾਰਤ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਔਰ ਉਸ ਆਧੁਨਿਕ ਪੰਜਾਬੀ ਕਵਿਤਾ ਪਾਠ ਪੁਸਤਕ ਵਿੱਚ ਸ਼ਾਮਲ ਕੀਤੇ ਗਏ ਕਵੀ ਸੋਹਣ ਸਿੰਘ ਮੀਸਾ ਬਾਰੇ ਗੱਲ ਕਰਨ ਜਾ ਰਹੇ ਹਾਂ। ਆਪਾਂ ਸੋਹਣ ਸਿੰਘ ਮੀਸਾ ਦੇ ਜੀਵਨ ਵੇਰਵੇ ਬਾਰੇ ਗੱਲ ਕਰਾਂਗੇ ਅਤੇ ਨਾਲ ਹੀ ਉਹਦੀਆਂ ਜਿਹੜੀਆਂ ਕਵਿਤਾਵਾਂ ਇਸ ਪਾਠ ਪੁਸਤਕ ਵਿੱਚ, ਇਸ ਕਾਵਿ ਸੰਗ੍ਰਹਿ ਵਿੱਚ ਸ਼ਾਮਲ ਨੇ, ਉਹਨਾਂ ਦੇ ਸਰਲ ਅਰਥ ਅਤੇ ਉਹਨਾਂ ਦੇ ਵਿੱਚੋਂ ਉਪਜਣ ਵਾਲੇ, ਪੈਦਾ ਹੋਣ ਵਾਲੇ ਪ੍ਰਸ਼ਨਾਂ ਦੀ ਗੱਲ ਕਰਾਂਗੇ। ਔਰ ਇਸ ਕਵੀ ਦੇ ਬਾਰੇ ਜਿਸ ਤਰ੍ਹਾਂ ਦੇ ਕੁਐਸਚਨ, ਜਿਸ ਤਰ੍ਹਾਂ ਦੇ ਪ੍ਰਸ਼ਨ ਤੁਹਾਡੇ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ, ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਸੋਹਣ ਸਿੰਘ ਮੀਸਾ ਪੰਜਾਬੀ ਕਾਵਿ ਖੇਤਰ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ ਇੱਕ ਅਜਿਹਾ ਨਾਂ ਹੈ ਜਿਹੜਾ ਕਿਸੇ ਵੀ ਕਾਵਿ ਧਾਰਾ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੰਦਾ। ਔਰ ਉਹ ਇਹਨਾਂ ਕਾਵਿ ਧਾਰਾਵਾਂ ਤੋਂ ਵੱਖ-ਵੱਖ ਕਾਵਿ ਧਾਰਾਵਾਂ, ਜਿਵੇਂ ਪ੍ਰਗਤੀਵਾਦੀ ਕਾਵਿ ਧਾਰਾ ਹੋ ਗਈ ਜਾਂ ਜੁਝਾਰਵਾਦੀ ਕਾਵਿ ਧਾਰਾ ਹੋ ਗਈ ਜਾਂ ਇਸੇ ਤਰ੍ਹਾਂ ਨਾਲ ਪ੍ਰਯੋਗਸ਼ੀਲ ਕਾਵਿ ਧਾਰਾ ਹੋ ਗਈ, ਇਹਨਾਂ ਸਾਰਿਆਂ ਤੋਂ ਨਿਰਲੇਪ ਰਹਿ ਕੇ ਆਪਣੀ ਕਵਿਤਾ ਦੀ ਸਿਰਜਣਾ ਕਰਦਾ ਹੈ ਔਰ ਪੰਜਾਬੀ ਕਾਵਿ ਖੇਤਰ ਵਿੱਚ ਆਪਣਾ ਇੱਕ ਵੱਖਰਾ ਮੁਕਾਮ, ਆਪਣਾ ਇੱਕ ਵੱਖਰਾ ਨਾਮ ਬਣਾਉਂਦਾ ਹੈ। ਦੇਖੋ, ਆਪਾਂ ਉਹਦੇ ਜੀਵਨ ਬਾਰੇ ਗੱਲ ਕਰਨੇ ਆ। ਪਹਿਲਾਂ ਸੋਹਣ ਸਿੰਘ ਮੀਸਾ ਦਾ ਜਨਮ 30 ਅਗਸਤ 1934 ਈਸਵੀ ਨੂੰ ਪਿੰਡ ਭੇਂਟ ਜਿਹੜਾ ਹੈਗਾ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਸਥਿਤ ਹੈ, ਉੱਥੇ ਜਨਮ ਹੋਇਆ। ਇੰਦਰ ਸਿੰਘ ਉਹਨਾਂ ਦੇ ਫਾਦਰ ਦਾ ਨਾਂ ਸੀ, ਉਹਨਾਂ ਦੇ ਪਿਤਾ ਜੀ ਦਾ ਨਾਂ ਸੀ, ਔਰ ਗੁਣਵੰਤ ਕੌਰ ਉਹਨਾਂ ਦੀ ਮਾਤਾ ਦਾ। ਉਹਨੇ MA ਅੰਗਰੇਜ਼ੀ ਕੀਤੀ ਸੀਗੀ, MA ਅੰਗਰੇਜ਼ੀ ਤੱਕ ਦੀ ਵਿੱਦਿਆ ਹਾਸਲ ਕੀਤੀ ਸੀਗੀ ਔਰ ਇਹ ਵਿੱਦਿਆ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਹਾਸਲ ਕੀਤੀ ਸੀਗੀ। ਪੰਜਾਬ ਯੂਨੀਵਰਸਿਟੀ ਕਿਸੇ ਟਾਈਮ ਹੁਸ਼ਿਆਰਪੁਰ ਸਰਕਾਰੀ ਕਾਲਜ ਦੇ ਵਿੱਚ ਚੱਲਦੀ ਸੀ। 1957 ਈਸਵੀ ਤੋਂ ਲੈ ਕੇ 1966 ਈਸਵੀ ਤੱਕ ਉਹ ਨੈਸ਼ਨਲ ਕਾਲਜ ਸਠਿਆਲਾ ਵਿਖੇ ਅੰਗਰੇਜ਼ੀ ਦੇ ਪ੍ਰੋਫੈਸਰ ਰਹੇ। 1966 ਤੋਂ ਲੈ ਕੇ 1986 ਈਸਵੀ ਤੱਕ ਉਹ ਆਲ ਇੰਡੀਆ ਰੇਡੀਓ ਜਲੰਧਰ ਵਿੱਚ ਪੰਜਾਬੀ ਪ੍ਰੋਗਰਾਮਾਂ ਦੇ ਪ੍ਰੋਡਿਊਸਰ ਦੇ ਤੌਰ ਤੇ ਕੰਮ ਕਰਦੇ ਰਹੇ। ਇਹ ਉਹਨਾਂ ਦੇ ਜੀਵਨ ਵੇਰਵੇ ਦੇ ਵਿੱਚ ਸ਼ਾਮਲ ਹੈਗਾ। ਔਰ ਨਾਲ ਹੀ ਉਹਨਾਂ ਦੀ ਬੇਵਕਤਾ ਮੌਤ ਹੋ ਗਈ ਸੀ 1986 ਈਸਵੀ ਦੇ ਵਿੱਚ। ਕਾਂਜਲੀ ਝੀਲ ਦੇ ਵਿੱਚ ਨਹਾਉਣ ਗਏ ਸੀਗੇ, ਉੱਥੇ ਡੁੱਬ ਜਾਣ ਕਾਰਨ ਉਹ ਪੰਜਾਬੀ ਸਾਹਿਤ ਤੋਂ, ਪੰਜਾਬੀ ਕਵਿਤਾ ਤੋਂ, ਪੰਜਾਬੀ ਸੱਭਿਆਚਾਰ ਤੋਂ ਦੂਰ ਚਲੇ ਗਏ। ਉਹਨਾਂ ਦੀ ਬੇਵਕਤਾ ਮੌਤ ਹੋ ਗਈ। ਇਸ ਨਾਲ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਘਾਟਾ ਪਿਆ। ਸੋਹਣ ਸਿੰਘ ਮੀਸਾ ਨੇ 4 ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤੇ। ਇਹ 4 ਸੰਗ੍ਰਹਿਆਂ ਦਾ ਨਾਂ ਹੈਗਾ ਚੁਰਸਤਾ, ਦਸਤਕ, ਧੀਮੇ ਬੋਲ ਤੇ ਕੱਚ ਦੇ ਬਸਤਰ। ਜਿਹੜਾ ਹੁਣ ਪਹਿਲਾ ਕਾਵਿ ਸੰਗ੍ਰਹਿ ਚੁਰਸਤਾ ਸੀਗਾ, ਦੂਸਰਾ ਦਸਤਕ ਸੀਗਾ, ਤੀਸਰਾ ਧੀਮੇ ਬੋਲ ਤੇ ਚੌਥਾ ਕੱਚ ਦੇ ਵਸਤਰ। ਜਿਹੜਾ ਕੱਚ ਦੇ ਵਸਤਰ ਕਾਵਿ ਸੰਗ੍ਰਹਿ ਸੀਗਾ, ਇਹਦੇ ਉੱਪਰ 1977 ਈਸਵੀ ਦੇ ਵਿੱਚ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਸੀ। ਪਹਿਲਾਂ ਵੀ ਆਪਾਂ ਗੱਲ ਕਰਦੇ ਰਹੇ ਹਾਂ ਕਿ ਭਾਰਤੀ ਸਾਹਿਤ ਅਕਾਦਮੀ ਭਾਰਤ ਸਰਕਾਰ ਦੁਆਰਾ ਬਣਾਈ ਗਈ ਇੱਕ ਅਜਿਹੀ ਸੰਸਥਾ ਹੈ ਜਿਹੜੀ ਕਿਸੇ ਵੀ ਭਾਸ਼ਾ ਨੂੰ 1 ਸਾਲ ਦੇ ਸਰਵਉੱਤਮ ਪੁਸਤਕ ਐਲਾਨਦੀ ਹੈ ਹਰ ਇੱਕ ਭਾਸ਼ਾ ਦੇ ਵਿੱਚ। ਔਰ ਜਿਹੜੀ 1977 ਈਸਵੀ ਦੀ ਪੰਜਾਬੀ ਦੀ ਸਰਵਉੱਤਮ ਕਿਤਾਬ ਸੀਗੀ ਜਾਂ ਬੁੱਕ ਸੀਗੀ, ਉਹ ਸੀ ਕੱਚ ਦੇ ਵਸਤਰ, ਜਿਹੜੀ ਸੋਹਣ ਸਿੰਘ ਮੀਸਾ ਦੀ ਕਾਵਿ ਸੰਗ੍ਰਹਿ ਸੀਗਾ। ਔਰ ਭਾਸ਼ਾ ਵਿਭਾਗ ਪੰਜਾਬ ਦਾ ਪੁਰਸਕਾਰ ਵੀ ਉਹਨਾਂ ਨੂੰ ਹਾਸਲ ਹੋਇਆ ਸੀਗਾ। ਇਸ ਤਰ੍ਹਾਂ ਨਾਲ ਉਹਨਾਂ ਦੇ ਜਿਹੜੀ ਕਵਿਤਾ ਜਾਂ ਉਹਨਾਂ ਦਾ ਜਿਹੜਾ ਸਾਹਿਤ ਨੂੰ ਦੇਣ ਸੀਗੀ, ਉਹਦਾ ਸਨਮਾਨ ਸਰਕਾਰਾਂ ਵੱਲੋਂ ਵੱਖ-ਵੱਖ ਟਾਈਮ ਤੇ ਹੁੰਦਾ ਗਿਆ। ਇੱਕ ਟਾਈਮ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਨਾਮ ਮਿਲਿਆ, ਦੂਸਰੇ ਪਾਸੇ ਭਾਸ਼ਾ ਵਿਭਾਗ ਪੰਜਾਬ ਸਰਕਾਰ ਵੱਲੋਂ ਵੀ ਉਹਨਾਂ ਨੂੰ ਪੁਰਸਕਾਰ ਦਿੱਤਾ ਗਿਆ, ਇਨਾਮ ਦਿੱਤਾ ਗਿਆ। ਸੋਹਣ ਸਿੰਘ ਮੀਸਾ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ, ਨਵੀਂ ਪੰਜਾਬੀ ਕਵਿਤਾ ਦੇ ਵਿੱਚ ਆਪਣਾ ਇੱਕ ਨਿਵੇਕਲੀ ਪਹਿਚਾਣ ਬਣਾਉਂਦਾ ਹੈ। ਇੱਕ ਨਿਵੇਕਲੀ ਪਹਿਚਾਣ ਛੱਡਣ ਵਾਲਾ ਕਵੀ ਹੈ। ਉਹਦਾ ਕਾਰਨ ਕੀ ਸੀਗਾ ਕਿ ਉਹਦੇ ਉੱਤੇ ਬੇਸ਼ੱਕ ਪ੍ਰਗਤੀਵਾਦੀ ਕਾਵਿ ਧਾਰਾ ਦਾ ਪ੍ਰਭਾਵ ਸੀਗਾ, ਪਰੰਤੂ ਸੁਚੇਤ ਤੌਰ ਤੇ ਉਹ ਕਿਸੇ ਕਾਵਿ ਧਾਰਾ ਨਾਲ ਨਹੀਂ ਵੱਜਦਾ। ਇਹ ਇੱਕ ਉਹਦੀ ਖੂਬੀ ਸੀਗੀ, ਇੱਕ ਉਹਦੀ ਪਹਿਚਾਣ ਸੀਗੀ ਕਿ ਜਿਹੜੀਆਂ ਕਾਵਿ ਧਾਰਾਵਾਂ ਸੀਗੀਆਂ ਉਹਨਾਂ ਤੋਂ ਨਿਰਲੇਪ ਹੋ ਕੇ ਗੱਲ ਕਰਦਾ, ਉਹਨਾਂ ਤੋਂ ਵੱਖਰਾ ਹੋ ਕੇ ਗੱਲ ਕਰਦਾ। ਨਿਮਨਬੱਧ ਵਰਗੀ ਚੇਤਨਾ, ਜਿਹੜੇ ਨਿਮਨਬੱਧ ਵਰਗੀ ਪਰਿਵਾਰ ਸੀਗੇ, ਉਹਦੇ ਬਾਰੇ ਹੀ ਗੱਲ ਕਰਦਾ ਉਹ ਆਪਣੀ ਕਵਿਤਾ ਦੇ ਵਿੱਚ। ਉਹਨਾਂ ਬਾਰੇ ਚਰਚਾ ਕਰਦਾ ਆਪਣੀ ਕਵਿਤਾ ਦੇ ਵਿੱਚ। ਉਹਦੀ ਜਿਹੜੀ ਸਮੁੱਚੀ ਕਵਿਤਾ ਹੈਗੀ ਹੈ, ਉਹਦੇ ਵਿੱਚ ਜਿਹੜਾ ਵਿਸ਼ਾ ਲਿੱਤਾ ਗਿਆ ਮੱਧ ਵਰਗੀ, ਨਿਮਨਬੱਧ ਵਰਗੀ ਪਰਿਵਾਰਾਂ ਦੇ ਵਿੱਚੋਂ ਲਿੱਤਾ ਗਿਆ। ਨਿਮਨ ਮੱਧ ਵਰਗੀ ਸਮਾਜ ਦੀ ਆਪਣੀ ਇੱਕ ਸਮੱਸਿਆ ਹੁੰਦੀ ਹੈ, ਆਪਣੇ ਕੁਝ ਪ੍ਰੋਬਲਮਸ ਹੁੰਦੀਆਂ। ਇਨਸਾਨ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਰਿਹਾ, ਇੱਕ ਵਿਅਕਤੀ ਕਿਵੇਂ ਜ਼ਿੰਦਗੀ ਗੁਜ਼ਾਰ ਰਿਹਾ ਇਸ ਨਿਮਨ ਮੱਧ ਵਰਗੀ ਪਰਿਵਾਰਾਂ ਦੇ ਵਿੱਚ, ਉਹਦੀਆਂ ਸਮੱਸਿਆਵਾਂ ਨੂੰ
ਉਹਨਾਂ ਦੀ ਜਿਹੜੀ ਲਾਚਾਰੀ ਨੂੰ ਆਪਣੀ ਕਵਿਤਾ ਦੇ ਵਿੱਚ ਕਵੀ ਪੇਸ਼ ਕਰਦਾ ਹੈ। ਇਸ ਦੁਆਰਾ ਉਹ ਆਪਣੇ ਤਲਖ ਅਨੁਭਵ ਹੰਢਾਉਂਦਾ ਹੋਇਆ, ਤਲਖ ਅਨੁਭਵ ਵੀ ਆਪਣੇ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਅਨੁਭਵ ਉਹਨੇ ਹੰਢਾਏ ਸੀਗੇ, ਔਰ ਉਹ ਜਿਹੜੇ ਨਿੱਜੀ ਜ਼ਿੰਦਗੀ ਦੇ ਵਿੱਚ ਅਨੁਭਵ ਹੰਢਾਏ ਸੀ ਉਹ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਵਿਤਾ ਦੇ ਵਿੱਚ ਵਿਸ਼ੇ ਦੇ ਤੌਰ ਤੇ ਸਾਹਮਣੇ ਆਏ ਹੈ। ਆਪਣੀ ਗਵਾਚੀ ਹੋਂਦ ਤੇ ਤਰਾਸਦਿਕ ਅਹਿਸਾਸਾਂ ਨੂੰ ਕਵਿਤਾ ਰਾਹੀਂ ਪ੍ਰਗਟ ਕਰਦਾ ਹੈ। ਉਸ ਦੀ ਕਵਿਤਾ ਪ੍ਰਯੋਗਵਾਦੀ, ਆਧੁਨਿਕਤਾਵਾਦੀ ਕਾਵਿ ਧਾਰਾ ਦੇ ਨੇੜੇ ਜਾਪਦੀ ਹੈ। ਉਹ ਵੱਧ ਸ਼੍ਰੇਣੀ ਕਸ਼ਹਿਰੀ ਮਨੁੱਖ ਦੀਆਂ ਲਘੂ ਭਾਵਨਾਵਾਂ, ਦੋਗਲੀਆਂ ਆਕਾਂਖਿਆਵਾਂ ਹੁੰਦੀਆਂ ਗੀਆਂ, ਜਿਹੜੀ ਬੰਦੇ ਦੇ ਮਨ ਦੇ ਵਿੱਚ ਜਿਹੜੀਆਂ ਉੱਪਰੋਂ ਕੁਛ ਹੋਰ ਹੁੰਦਾ ਹੈ, ਵਿੱਚੋਂ ਕੁਛ ਹੋਰ ਹੁੰਦਾ ਹੈ। ਉਹਦੀ ਜਿਹੜੀ ਭਾਵਨਾ ਹੈਗੀ ਜਾਂ ਉਹਦੀ ਜਿਹੜੀ ਸੋਚ ਹੈਗੀ ਹੈ, ਉਹਦੇ ਤੇ ਕਿਤੇ ਨਾ ਕਿਤੇ ਦੋਗਲੇਪਨ ਦੀ ਇੱਕ ਛਾਇਆ ਹੁੰਦੀ ਹੈ। ਉਹਦੀ ਲਾਲਚੀ ਬਿਰਤੀਆਂ ਹੁੰਦੀਆਂ, ਲਾਲਚ ਵਾਲੀ ਜ਼ਿੰਦਗੀ ਜਾਂ ਲਾਲਚ ਵਾਲਾ ਸੁਭਾਅ, ਨਿਮਨ ਕਾਮਨਾਵਾਂ ਤੇ ਤੰਗੀਆਂ ਤੁਰਸ਼ੀਆਂ ਨੂੰ ਤਿੱਖੀ ਤੇ ਭਾਵਪੂਰਨ ਕਟਾਕਸ਼ੀ ਵਿਧੀ ਰਾਹੀਂ ਪੇਸ਼ ਕੀਤਾ ਹੈ, ਨਸ਼ਰ ਕੀਤਾ ਹੈ। ਇਸ ਤਰ੍ਹਾਂ ਨੇ ਉਹਨੇ ਜਿਹੜਾ ਮੱਧ ਵਰਗ ਸੀਗਾ ਜਾਂ ਨਿਮਨ ਮੱਧ ਵਰਗ ਹੈਗਾ, ਉਹਦੀਆਂ ਸਮੱਸਿਆਵਾਂ ਨੂੰ, ਆਮ ਲੋਕਾਂ ਦੀਆਂ ਭਾਵਨਾਵਾਂ ਨੂੰ, ਉਹਨਾਂ ਦੇ ਮਨ ਦੇ ਵਿੱਚ ਪੈਦਾ ਹੋਈਆਂ ਸੋਚਾਂ ਨੂੰ, ਲਾਲਚਾਂ ਨੂੰ ਜਾਂ ਬੇਵਸੀਆਂ ਨੂੰ ਉਹਨੇ ਆਪਣੀਆਂ ਕਾਵਿ ਰਚਨਾਵਾਂ ਦੇ ਵਿੱਚ, ਆਪਣੀ ਕਵਿਤਾ ਦੇ ਵਿੱਚ ਪੇਸ਼ ਕੀਤਾ। ਉਸ ਦੀ ਕਵਿਤਾ ਤਿੜਕ ਰਹੇ ਮਾਨਵੀ ਰਿਸ਼ਤੇ, ਜਿਵੇਂ ਮਨੁੱਖ ਇੱਕ ਦੂਜੇ ਨਾਲ ਦੂਰ ਹੋ ਰਹੇ ਆ, ਉਹਦੇ ਬਾਰੇ ਗੱਲ ਕੀਤੀ ਹੈ। ਸਮਾਜਿਕ ਕਦਰਾਂ ਕੀਮਤਾਂ ਵਿੱਚ ਆਏ ਨਿਘਾਰ, ਜਿਹੜੇ ਸਮਾਜਿਕ ਕਦਰਾਂ ਕੀਮਤਾਂ ਜਦੋਂ ਪਹਿਲਾਂ ਸੀਗੀਆਂ 50 ਸਾਲ, ਉਹਨਾਂ ਦੇ ਵਿੱਚ ਜਿਹੜੇ ਨਿਘਾਰ ਆ ਗਏ ਸੀਗੇ, ਉਹਨਾਂ ਦੇ ਵਿੱਚ ਜਿਹੜੀਆਂ ਗਿਰਾਵਟਾਂ ਆ ਗਈਆਂ ਸੀਗੀਆਂ, ਅਤੇ ਰਾਜਨੀਤਿਕ ਜੀਵਨ ਜਿਹੜਾ ਹੈਗਾ ਉਹਦੇ ਵਿੱਚ ਖੋਖਲਾਪਣ ਜਿਹੜਾ ਆ ਚੁੱਕਾ ਹੈਗਾ, ਉਹਦੇ ਬਾਰੇ ਵਿਅੰਗਮਈ ਦ੍ਰਿਸ਼ਟੀ ਦੇ ਰੂਪ ਦੇ ਵਿੱਚ ਗੱਲ ਕੀਤੀ ਹੈ। ਔਰ ਬੜੇ ਹੀ ਭਾਵਪੂਰਨ ਵਿਅੰਗ ਸਿਰਜੇ ਉਹਨੇ ਆਪਣੀ ਕਵਿਤਾ ਦੇ ਵਿੱਚ ਇਹਨਾਂ ਵਿਸ਼ਿਆਂ ਨੂੰ ਲੈ ਕੇ। ਉਸ ਦੀ ਕਵਿਤਾ ਦੇ ਵਿੱਚ ਅਨੁਭਵ ਦੀ ਤੀਬਰਤਾ ਹੈਗੀ ਹੈ, ਅਨੁਭਵ ਨੂੰ ਬੜੇ ਤਿੱਖੇ ਰੂਪ ਦੇ ਵਿੱਚ ਪੇਸ਼ ਕਰਦਾ ਹੈ। ਉਹਦੀ ਜਿਹੜੀ ਦ੍ਰਿਸ਼ਟੀ ਹੈਗੀ ਆ ਉਹ ਬੜੀ ਵਿਸ਼ਾਲ ਹੈ, ਤੇ ਉਹਦੀ ਕਵਿਤਾ ਦੇ ਵਿੱਚ ਵੀ ਇਹ ਨਜ਼ਰ ਆਉਂਦੀ ਹੈ। ਮੀਸ਼ਾ ਦੀ ਜਿਹੜੀ ਕਵਿਤਾ ਹੈਗੀ ਹੈ ਨਾ, ਉਹ ਜਜ਼ਬਿਆਂ ਨਾਲੋਂ ਬੌਧਿਕਤਾ ਦੇ ਬਾਰੇ ਵਧੇਰੇ ਗੱਲ ਕਰਦੀ ਹੈ, ਬੌਧਿਕਤਾ ਦੀ ਤਨਜ ਨੂੰ ਵਧੇਰੇ ਰੂਪ ਦੇ ਵਿੱਚ ਪੇਸ਼ ਕਰਦੀ ਹੈ। ਇੱਕ ਹੁੰਦੀ ਹੈ ਕਿ ਜਜ਼ਬੇ ਹੁੰਦੇ ਹੈ, ਬੰਦੇ ਦੇ ਅਹਿਸਾਸ ਹੁੰਦੇ ਹੈ, ਅਹਿਸਾਸਾਂ ਦੇ ਨਾਲ ਨਾਲ ਜਿਹੜੇ ਬੌਧਿਕ ਵਿਚਾਰ ਹੈ ਨਾ, ਉਹਦੀ ਕਵਿਤਾ ਦੇ ਵਿੱਚ ਉਹ ਪੇਸ਼ ਹੋਏ ਹੈ। ਇਸੇ ਕਰਕੇ ਉਸਦੀ ਕਵਿਤਾ ਦੇ ਵਿੱਚ ਕਿਤੇ ਨਾ ਕਿਤੇ ਡੂੰਘਾਈ ਆਉਂਦੀ ਹੈ, ਸੰਜੀਦਗੀ ਆਉਂਦੀ ਹੈ, ਔਰ ਉਹਦੀ ਕਵਿਤਾ ਦੂਸਰੇ ਕਵੀਆਂ ਨਾਲੋਂ ਵੱਖਰੀ ਹੋ ਜਾਂਦੀ ਹੈ। ਉਸਦੀ ਕਵਿਤਾ ਦੇ ਵਿੱਚ ਬੌਧਿਕ ਵਿਸ਼ਿਆਂ ਦੀ ਭਰਮਾਰ ਰਹੀ ਹੈ, ਬੌਧਿਕ ਵਿਸ਼ਿਆਂ ਦੀ ਜ਼ਿਆਦਾ ਪੇਸ਼ਕਾਰੀ ਹੋਈ ਹੈ। ਉਸਦੀ ਕਵਿਤਾ ਰੋਮਾਂਟਿਕ ਨਹੀਂ, ਯਥਾਰਥਕ ਹੈ। ਉਹ ਸੱਚ ਨੂੰ ਪੇਸ਼ ਕਰਦਾ ਹੈ, ਰੋਮਾਂਟਿਕ ਗੱਲਾਂ ਨਹੀਂ ਕਰਦਾ, ਸੱਚਾਈ ਦੀ ਗੱਲ ਕਰਦਾ। ਜਿਹੜੀਆਂ ਵੀ ਆਪਾਂ 2 ਕਵਿਤਾਵਾਂ ਕਰਾਂਗੇ ਉਹਦੇ ਵਿੱਚ ਵੀ ਤੁਸੀਂ ਇਹ ਚੀਜ਼ ਨੂੰ ਸਪਸ਼ਟ ਰੂਪ ਦੇ ਵਿੱਚ ਦੇਖ ਲਵੋਗੇ। ਉਹ ਸਧਾਰਨ ਸ਼ਬਦਾਂ ਦੇ ਵਿੱਚ, ਸਧਾਰਨ ਲਫ਼ਜ਼ਾਂ ਦੇ ਵਿੱਚ, ਸਧਾਰਨ ਗੱਲਾਂ ਦੇ ਵਿੱਚ ਵੀ ਡੂੰਘੇ ਤੇ ਅਰਥ ਭਰਪੂਰ ਵਿਚਾਰ ਪੇਸ਼ ਕਰ ਜਾਂਦਾ ਹੈ। ਉਸਦੀ ਕਵਿਤਾ ਵਿੱਚ ਵਰਣਨ ਹੁੰਦਾ ਹੈ, ਵਰਣਨ, ਨਾਟਕੀਅਤਾ ਜਿਵੇਂ ਤੁਹਾਡੀ ਕਵਿਤਾ ਦੇਖਾਂਗੇ ਆਪਾਂ, ਪਹਿਲੀ ਕਵਿਤਾ ਵਿੱਚ ਤੁਹਾਨੂੰ ਸਮਝਾਵਾਂਗੇ। ਨਾਟਕੀਅਤਾ ਵੀ ਹੁੰਦੀ ਹੈ, ਪ੍ਰਗੀਤ ਦਾ ਸੁਮੇਲ ਵੀ ਦਿਖਾਈ ਦਿੰਦਾ ਹੈ। ਨਜ਼ਮ ਦੇ ਨਾਲ ਨਾਲ ਮੀਸ਼ਾ ਨੇ ਪੰਜਾਬੀ ਗਜ਼ਲ ਖੇਤਰ ਵਿੱਚ ਵੀ ਆਪਣਾ ਇੱਕ ਵੱਖਰਾ ਸਥਾਨ ਬਣਾਇਆ। ਕਵਿਤਾ ਦੇ ਨਾਲ ਨਾਲ ਗਜ਼ਲ ਵੀ ਲਿਖੀ ਹੈ। ਹੁਣ ਪਹਿਲੀ ਕਵਿਤਾ ਜਿਹੜੀ ਚੀਕ ਬੁਲਬੁਲੀ ਜਿਹਦੀ ਆਪਾਂ ਗੱਲ ਕਰਦੇ ਹਾਂ, ਇਹ ਬਹੁਤ ਹੀ ਪ੍ਰਸਿੱਧ ਕਵਿਤਾ ਹੈਗੀ ਹੈ ਸੋਹਣ ਸਿੰਘ ਮੀਸ਼ਾ ਦੀ। ਇਸ ਕਵਿਤਾ ਦੇ ਜਿਹੜਾ ਕੇਂਦਰ ਦੇ ਵਿੱਚ ਇੱਕ ਵਿਸ਼ਾ ਰੱਖਿਆ ਕਿ ਆਧੁਨਿਕ ਜਿਹੜਾ ਮਨੁੱਖ ਹੈ ਉਹਦੀ ਮਾਨਸਿਕ ਦੁਖਾਂਤ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਫਲਤਾ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਕਵਿਤਾ ਦੱਸਦੀ ਹੈ ਕਿ ਅਜੋਕਾ ਮਨੁੱਖ ਆਪਣੇ ਅੰਦਰ ਦੁੱਖਾਂ ਦੀ ਪੰਡ ਚੁੱਕੀ ਫਿਰਦਾ ਹੈ। ਜਦ ਕਦੇ ਉਸਨੂੰ ਮੌਕਾ ਮਿਲਦਾ ਤਾਂ ਉਹ ਇਸ ਨੂੰ ਚੀਕ ਦੇ ਰੂਪ ਦੇ ਵਿੱਚ ਪ੍ਰਗਟ ਕਰਨਾ ਚਾਹੁੰਦਾ ਹੈ, ਪ੍ਰਗਟ ਕਰਦਾ ਹੈ। ਇਹ ਅੱਜ ਦੇ ਮੱਧ ਵਰਗੀ ਮਨੁੱਖ ਦਾ ਇੱਕ ਦੁਖਾਂਤ ਹੈ, ਅੱਜ ਦੇ ਮੱਧ ਵਰਗੀ ਮਨੁੱਖ ਦਾ ਇੱਕ ਵੇਦਨਾ ਹੈਗੀ ਹੈ, ਇੱਕ ਸੱਚ ਹੈਗਾ ਜਿਹਨੂੰ ਉਹ ਆਪਣੀ ਕਵਿਤਾ ਦੇ ਵਿੱਚ ਪੇਸ਼ ਕਰਦਾ ਹੈ, ਸਥਾਨ ਦਿੰਦਾ ਹੈ। ਘਰ ਕਵਿਤਾ ਉਹਦੀ ਦੂਸਰੀ ਕਵਿਤਾ ਹੈਗੀ ਹੈ। ਇਸ ਕਵਿਤਾ ਵਿੱਚ ਮੀਸ਼ਾ ਨੇ ਇੱਕ ਸਮਾਜਿਕ ਸੰਸਥਾ ਦੇ ਤੌਰ ਤੇ ਘਰ ਦੇ ਮਹੱਤਵ ਦੀ ਗੱਲ ਕੀਤੀ ਹੈ। ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਆਮ ਤੌਰ ਤੇ ਦੇਖਿਆ ਗਿਆ ਕਿ ਸਮਾਜ ਦੇ ਵਿੱਚ ਜਦੋਂ ਸਮਾਜ ਬਿਲਡ ਹੁੰਦਾ ਹੈ ਜਾਂ ਸਮਾਜ ਬਣਦਾ ਹੈ, ਉਹਦੇ ਵਿੱਚ ਘਰ ਹੋ ਗਿਆ, ਵਿਆਹ ਹੋ ਗਿਆ, ਪਰਿਵਾਰ ਹੋ ਗਿਆ, 3 ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਸ 3 ਸੰਸਥਾਵਾਂ ਦੇ ਵਿੱਚ ਜਿਹੜਾ ਘਰ ਦਾ ਮਹੱਤਵ ਹੈ ਉਹਦੇ ਬਾਰੇ ਇਸ ਕਵਿਤਾ ਦੇ ਵਿੱਚ ਜ਼ਿਕਰ ਕੀਤਾ ਹੈ। ਜਿਸ ਘਰ ਵਿੱਚ ਕਲੇਸ਼ ਤੇ ਹਰ ਸਮੇਂ ਸੋਗ ਪਸਰਿਆ ਰਹਿੰਦਾ, ਉਸ ਘਰ ਵਿੱਚ ਕਵੀ ਨੂੰ ਕਦੀ ਵੀ ਸਕੂਨ ਨਹੀਂ ਮਿਲਦਾ। ਇਹ ਗੱਲ ਕਵੀ ਕਹਿ ਰਿਹਾ। ਅਜਿਹਾ ਘਰ ਦੇ ਵਿੱਚ ਜਿਹੜੀ ਸਮੱਸਿਆਵਾਂ ਹੁੰਦੀਆਂ, ਉਹ ਸਮੱਸਿਆਵਾਂ ਇਸ ਤਰ੍ਹਾਂ ਹੀ ਬਣ ਜਾਂਦੀਆਂ ਕਿ ਬੰਦਾ ਆਪਣੇ ਆਪ ਦੇ ਵਿੱਚ ਉਹਨਾਂ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ ਜ਼ਿੰਦਗੀ ਨੂੰ ਲੰਘਾ ਰਿਹਾ ਹੈ। ਐਸ.ਐਸ. ਮੀਸ਼ਾ ਦੁਆਰਾ
ਜਿਹੜਾ ਇੱਕ ਤਰ੍ਹਾਂ ਦੀ ਉਹ ਦੁਆ ਪੇਸ਼ ਕਰਦਾ ਹੈ, ਇੱਕ ਤਰ੍ਹਾਂ ਦਾ ਰਜੋਈ ਕਰਦਾ, ਇੱਕ ਤਰ੍ਹਾਂ ਦੀ ਬੇਨਤੀ ਕਰਦਾ ਹੈ ਕਿ ਕਦੇ ਵੀ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਨਾ ਹੋਵੇ। ਇਸ ਪ੍ਰਕਾਰ ਇਸ ਕਵਿਤਾ ਵਿੱਚ ਸੁਖੀ ਬਚਦੇ ਘਰ ਦੀ ਤਲਾਸ਼ ਨਾਲ ਸੰਬੰਧਿਤ ਵਿਚਾਰ ਪੇਸ਼ ਨੂੰ ਕੀਤਾ ਗਿਆ ਹੈਗਾ। ਸੋ ਇਹ ਦੋ ਕਵਿਤਾਵਾਂ ਤੁਹਾਡੇ ਪਾਠਕ੍ਰਮ ਵਿੱਚ ਪੇਸ਼ ਹੈਗੀਆਂ। ਇਹਨਾਂ ਦੇ ਸਰਲ ਅਰਥਾਂ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ। ਪਹਿਲੀ ਕਵਿਤਾ ਹੈਗੀ ਹੈ ਚੀਕ ਬੁਲਬੁਲੀ। ਨੰਦੂ ਛੜੇ ਦੀ ਗੱਲ ਚੇਤੇ ਹੈ, ਜਿਸ ਨੂੰ ਪਿੰਡ ਨੇ ਰੋਜ਼ ਤਕਾਲੀ ਹੁੰਦਾ ਹੈਗਾ ਸ਼ਾਮ ਦੇ ਵਕਤ ਇੱਕ ਦੋ ਚੀਕਾਂ ਮਾਰਨ ਦੀ ਖੁੱਲ੍ਹ ਦੇ ਦਿੱਤੀ ਸੀ। ਭਰੀ ਪਰੇ ਵਿੱਚ ਗੱਲ ਪੱਲਾ ਪਾ, ਪਰੇ ਹੁੰਦਾ ਪੰਚਾਇਤ। ਜਦ ਸੀ ਉਸਨੇ ਅਰਜ਼ ਗੁਜ਼ਾਰੀ, ਅਰਜੀ ਤੋਂ ਬਣਦਾ ਅਰਜੀ ਹੁੰਦੀ ਹੈਗੀ ਬੇਨਤੀ। ਜਦ ਸੀ ਉਸਨੇ ਅਰਜ਼ ਗੁਜ਼ਾਰੀ, ਮੇਰੀ ਕੋਈ ਲਾਗ ਡਾਟ ਨਾ, ਮੇਰੀ ਆਪਣੀ ਧੀ ਭੈਣ ਪਿੰਡ ਦੀ ਹਰ ਨਾਰੀ ਔਰਤ, ਹਰ ਔਰਤ ਮੇਰੀ ਜਾਂ ਧੀ ਹੈ ਜਾਂ ਭੈਣ ਹੈ। ਦਾਰੂ ਪੀ ਕੇ ਚਿੱਤ ਘਾਬਰਦਾ, ਕਹਿੰਦਾ ਜਦੋਂ ਮੈਂ ਸ਼ਰਾਬ ਪੀ ਲੈਣਾ ਮੇਰਾ ਚਿੱਤ ਘਬਰਾਹਟ ਹੁੰਦੀ ਹੈ, ਘਾਉ ਜਿਹਾ ਹੋ ਜਾਂਦਾ ਚਿੱਤ। ਮੈਂ ਕਹਿੰਦਾ ਕਿ ਮੈਨੂੰ ਐ ਨਹੀਂ ਪਤਾ ਲੱਗਦਾ ਕਿ ਮੈਂ ਕੀ ਕਰਨਾ। ਡੱਕ ਨਾ ਹੁੰਦੀ ਆਈ ਚੀਕ ਹੈ ਜਾਂਦੀ ਮਾਰੀ। ਕਹਿੰਦਾ ਵੀ ਇੱਕ ਉਹਦੇ ਬੈਕਗਰਾਊਂਡ ਦੇ ਵਿੱਚ ਇੱਕ ਕਹਾਣੀ ਰੱਖੀ ਹੈ ਇਸ ਕਵਿਤਾ ਦੇ ਬੈਕਗਰਾਊਂਡ ਦੇ ਵਿੱਚ। ਇੱਕ ਨੰਦੂ ਛੜਾ ਮੇਰੇ ਪਿੰਡ ਦੇ ਵਿੱਚ ਹੁੰਦਾ ਸੀ, ਕਹਿੰਦਾ ਉਹਦੀ ਮੈਨੂੰ ਗੱਲ ਚੇਤੇ ਆ ਜੇ ਵੀ। ਤੇ ਉਹਨੇ ਪਿੰਡ ਦੀ ਪੰਚਾਇਤ ਨੇ ਉਹਨੂੰ ਇੱਕ ਚੀਕ ਮਾਰਨ ਦੀ ਇਜਾਜ਼ਤ ਦਿੱਤੀ ਹੋਈ ਸੀ। ਉਹਦਾ ਵੀ ਕਾਰਨ ਇਹ ਸੀਗਾ ਕਿ ਉਹਨੇ ਇੱਕ ਵਾਰੀ ਪੰਚਾਇਤ ਇਕੱਠੀ ਕਰ ਲਈ ਸਾਰੇ ਪਿੰਡ ਦੀ, ਔਰ ਉਸ ਦੇ ਵਿੱਚ ਗੱਲ ਦੇ ਵਿੱਚ ਪੱਲਾ ਪਾ ਕੇ ਇੱਕ ਬੇਨਤੀ ਕੀਤੀ ਸੀ ਕਿ ਭਾਈ ਮੇਰੀ ਇਸ ਪਿੰਡ ਦੇ ਵਿੱਚ ਕਿਸੇ ਨਾਲ ਕੋਈ ਲਾਗ ਡਾਟ ਨਹੀਂ, ਤੇ ਸਾਰੀਆਂ ਔਰਤਾਂ ਹੀ ਮੇਰੀਆਂ ਭੈਣਾਂ ਹੈਗੀਆਂ, ਮੇਰੀਆਂ ਧੀਆਂ ਜਾਂ ਮੇਰੀਆਂ ਮਾਵਾਂ ਵਰਗੀਆਂ ਹੈਗੀਆਂ। ਪਰ ਜਦੋਂ ਮੈਂ ਸ਼ਰਾਬ ਪੀ ਲੈਣਾ ਮੇਰਾ ਚਿੱਤ ਘਬਰਾਉਂਦਾ, ਤੇ ਚਿੱਤ ਜਦੋਂ ਘਾਉ ਮੌਜਾ ਹੋ ਜਾਂਦਾ ਮੈਥੋਂ ਚੀਕ ਮਾਰੀ ਜਾਂਦੀ ਹੈ, ਮੈਥੋਂ ਡੱਕੀ ਨਹੀਂ ਜਾਂਦੀ, ਉਹ ਚੀਕ ਮੈਥੋਂ ਰੋਕੀ ਨਹੀਂ ਜਾਂਦੀ। ਇਸ ਕਰਕੇ ਕਿਰਪਾ ਕਰਕੇ ਮੈਨੂੰ ਚੀਕ ਮਾਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ। ਔਰ ਇਹ ਇਜਾਜ਼ਤ ਪੰਚਾਇਤ ਨੇ ਉਹਨੂੰ ਦੇ ਦਿੱਤੀ ਸੀਗੀ, ਇਹ ਗੱਲ ਕਵੀ ਕਹਿ ਰਿਹਾ। ਔਰ ਨਹੀਂ ਤਾਂ ਪਿੰਡਾਂ ਦੇ ਵਿੱਚ ਜੇਕਰ ਮਾੜੀ ਮੋਟੀ ਇਦਾਂ ਦੀ ਕੋਈ ਚੀਕ ਮਾਰਦਾ ਤਾਂ ਜਿਹੜੇ ਵੀ ਘਰ ਦੇ ਅੱਗੇ ਚੀਕ ਵੱਜਦੀ ਹੈਗੀ ਹੈ ਉਹ ਘਰ ਵਾਲੇ ਲੋਕ ਆ ਕੇ ਬਾਹਰ ਆ ਕੇ ਇੱਕ ਲੜਾਈ ਦਾ ਕਾਰਨ ਬਣ ਜਾਂਦੀ ਹੈ ਉਹ ਚੀਕ। ਪਰ ਨੰਦੂ ਛੜੇ ਨੂੰ ਪੰਚਾਇਤ ਨੇ ਇਹ ਇਜਾਜ਼ਤ ਦਿੱਤੀ ਹੋਈ ਭਾਈ ਕੋਈ ਗੱਲ ਨਹੀਂ, ਘਰ ਦੇ ਵਿੱਚ ਤੂੰ ਆਪਦੀਆਂ ਚੀਕਾਂ ਮਾਰੀ ਚੱਲ। ਹੁਣ ਇੱਥੇ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚ ਜਿਹੜਾ ਬੰਦਾ ਹੈਗਾ, ਜਿਵੇਂ ਕਵੀ ਖੁਦ ਆਪਣੇ ਆਪ ਨੂੰ ਪੇਸ਼ ਕਰਦਾ ਹੈ, ਹੁਣ ਉਹਦੀ ਸਮੱਸਿਆ ਅਸਲ ਕੀ ਹੈ। ਮੈਨੂੰ ਬੇਸ਼ੱਕ ਦਾਰੂ ਕਦੀ ਕਦਾਈ ਲੱਭਦਾ, ਪਰ ਮੈਂ ਇਸ ਬੇਕਿਰਕ ਸ਼ਹਿਰ ਵਿੱਚ ਕਿੰਨੇ ਚਿਰ ਤੋਂ ਆਪਣੇ ਅੰਦਰ ਇੱਕ ਚੀਕ ਦੇ ਨਾਲ ਬੁਲਬੁਲੀ ਡੱਕੀ ਫਿਰਦਾ, ਚੁੱਪ ਚਪੀਤਾ ਇੱਕ ਖਲਬਲੀ ਚੱਕੀ ਫਿਰਦਾ। ਖਲਬਲੀ ਹੁੰਦਾ ਹੈਗਾ ਅੰਦਰ ਦੇ ਜਿਹੜੇ ਵਿਚਾਰ ਹੁੰਦੇ ਹੈਗੇ ਆ, ਅੰਦਰਲੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਹੈਗੀਆਂ, ਉਹਨਾਂ ਨੂੰ ਮੈਂ ਨਾਲ ਚੱਕੀ ਫਿਰਦਾ। ਕਹਿੰਦਾ ਇੱਕ ਤਰ੍ਹਾਂ ਦੇ ਅਰੋਕ ਵਹਿਣ ਨੂੰ ਜਿਹੜਾ ਕਿਤੇ ਰੋਕਿਆ ਨਹੀਂ ਜਾ ਸਕਦਾ, ਉਸ ਖਲਬਲੀ ਨੂੰ ਮੈਂ ਆਪਣੇ ਅੰਦਰ ਚੱਕੀ ਫਿਰਦਾ। ਬੇਸ਼ੱਕ ਕਹਿੰਦਾ ਮੈਨੂੰ ਸ਼ਰਾਬ ਕਦੇ ਕਦਾਈ ਮਿਲਦੀ ਹੈ, ਮੈਂ ਤਾਂ ਇੱਕ ਸਧਾਰਨ ਜਿਹਾ ਬੰਦਾ, ਕਹਿੰਦਾ ਸਿੰਪਲ ਜੀ ਜੋਬ ਕਰਨ ਵਾਲਾ ਬੰਦਾ, ਇੱਕ ਕਲਰਕ ਟਾਈਪ ਬੰਦਾ ਹੈਗਾ। ਪਰ ਮੈਂ ਇਸ ਇੱਕ ਸ਼ਹਿਰ ਦੇ ਵਿੱਚ ਬਹੁਤ ਸਮੇਂ ਤੋਂ ਆਪਣੇ ਮਨ ਦੀ ਗੱਲ ਕਹਿਣੀ ਚਾਹੁੰਦਾ ਸੀ ਨੰਦੂ ਛੜੇ ਦੀ ਤਰ੍ਹਾਂ, ਪਰ ਮੈਂ ਕਿਤੇ ਕਹਿ ਨਹੀਂ ਸਕਿਆ ਕਿਉਂਕਿ ਮੇਰੀਆਂ ਆਪਣੀਆਂ ਇੱਕ ਸਮੱਸਿਆਵਾਂ ਹੈਗੀਆਂ, ਮੇਰੀ ਇੱਕ ਆਪਣੀ ਸੀਮਾ ਹੈਗੀ ਹੈ। ਸੋ ਇਸ ਕਰਕੇ ਮੈਂ ਆਪਣੀ ਇਸ ਬੁਲਬੁਲੀ ਚੀਕ ਨੂੰ ਆਪਣੇ ਅੰਦਰ ਹੀ ਚੱਕੀ ਫਿਰਦਾ। ਮੈਂ ਇਸ ਖਲਬਲੀ ਨੂੰ, ਆਪਣੇ ਚੱਕਰ ਵੀ ਉਹਨੂੰ, ਆਪਣੇ ਮਨ ਦੀਆਂ ਭਾਵਨਾਵਾਂ ਨੂੰ ਆਪਣੇ ਮਨ ਦੇ ਵਿੱਚ ਚੱਕੀ ਫਿਰਦਾ। ਕਿੰਨੀ ਵਾਰੀ ਚੋਣ ਮੁਹਿੰਮ ਦੇ ਜਲਸੇ ਵਿੱਚ ਤਕਦੀਰ ਸੁਣਦਿਆਂ ਜਨ ਗਨ ਮਨ ਦੀ ਜੈ ਹੋ, ਸੋਗ ਸਭਾ ਦੀ ਚੁੱਪ ਦੇ ਮੌਕੇ ਚਿੱਤ ਘਾਬਰਿਆ ਚੀਕ ਬੁਲਬੁਲੀ ਮਸਾਂ ਰੋਕੀ ਹੈ। ਕਹਿੰਦਾ ਮੈਂ ਬਹੁਤ ਵਾਰੀ ਚੋਣ ਮੁਹਿੰਮ ਜਿੱਥੇ ਸਾਡੇ ਨੇਤਾ ਲੋਕ ਪ੍ਰਚਾਰ ਕਰਦੇ ਆ ਉਹਨਾਂ ਦੀਆਂ ਤਕਦੀਰਾਂ ਸੁਣੀਆਂ, ਜਨ ਗਨ ਮਨ ਦੀ ਜੈ ਹੋ ਹੁੰਦੀ ਹੈ, ਉੱਥੇ ਵੀ ਮੈਂ ਚੁੱਪ ਕਰਕੇ ਖੜਦਾ ਤੇ ਜਨ ਗਨ ਮਨ ਗਾਉਣਾ, ਸਾਡਾ ਜਿਹੜਾ ਰਾਸ਼ਟਰੀ ਗੀਤ ਆ ਉਹਨੂੰ ਮੈਂ ਗਾਉਣਾ। ਸੋਗ ਸਭਾ ਹੁੰਦੀ ਜਿੱਥੇ, ਉੱਥੇ ਵੀ ਮੈਂ ਚੁੱਪ ਚਾਪ ਖੜ ਜਾਣਾ। ਮੇਰਾ ਚਿੱਤ ਤਾਂ ਬਹੁਤ ਘਬਰਾਉਂਦਾ ਇਹਨਾਂ ਚੀਜ਼ਾਂ ਨੂੰ ਦੇਖ ਕੇ, ਪਰ ਮੈਂ ਜਿਹੜੀ ਮਨ ਦੀ ਚੀਕ ਹੈਗੀ, ਮਨ ਦੀ ਸੱਦਰ ਹੈਗੀ ਆ, ਮਨ ਦੀ ਜਿਹੜੀ ਆਸਾ ਹੈਗੀ ਜਾਂ ਮਨ ਦੇ ਵਿੱਚ ਜਿਹੜੇ ਮੇਰੇ ਵਿਚਾਰ ਹੈਗੇ ਉਹਨਾਂ ਨੂੰ ਮੈਂ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਮੇਰੀ ਇੱਕ ਆਪਣੀ ਕਹਿ ਸਕਦੇ ਹਾਂ ਕਿ ਮਜਬੂਰੀ ਹੈ ਕਿ ਮੈਂ ਇਹਨੂੰ ਚੀਕ ਨੂੰ ਨੰਦੂ ਛੜੇ ਵਾਂਗ ਬਾਹਰ ਨਹੀਂ ਕੱਢ ਪਾਉਂਦਾ। ਹਫ਼ਤੇਵਾਰ ਦਫ਼ਤਰੀ ਮੀਟਿੰਗ ਵਿੱਚ ਵਿੰਗ ਬਲੇਵੇਂ ਖਾਂਦੀ ਜਦੋਂ ਦਲੀਲ ਮੇਜ਼ ਤੇ ਰੀਂਗਣ ਲੱਗੀ। ਕਹਿੰਦਾ ਰੋਜ਼ਾਨਾ ਦੀ ਜ਼ਿੰਦਗੀ ਹੈ ਕਿ ਦਫ਼ਤਰ ਦੇ ਵਿੱਚ ਮੈਂ ਕੰਮ ਕਰਦਾ, ਉੱਥੇ ਫਾਈਲਾਂ ਇੱਕ ਦੂਜੇ ਮੇਜ਼ਾਂ ਦੇ ਉੱਪਰ ਜਾਂਦੀਆਂ ਰਹੀਆਂ। ਫਿਰ ਕਈ ਵਾਰੀ ਕੱਸ ਕੇ ਰਤਾ ਹੋਰ ਨੱਕ ਟਾਈ ਹੁੰਦਾ ਹੈਗਾ, ਟਾਈ ਜਿਹੜੀ ਲਾਈ ਹੋਈ ਹੈਗੀ ਗੱਲ ਦੇ ਵਿੱਚ, ਔਰ ਮੈਂ ਉਹਨੂੰ ਜਿਹੜੀ ਉੱਥੇ ਗੱਲ ਕਹਿਣੀ ਹੁੰਦੀ ਹੈ, ਕੋਈ ਦਲੀਲ ਪੇਸ਼ ਕਰਨੀ ਕਰ ਨਹੀਂ ਸਕਦਾ। ਆਪਣੇ ਬੌਸ ਤੋਂ ਡਰਦਾ ਹੋਇਆ ਮੈਂ ਉਸ ਬੁਲਬੁਲੀ ਚੀਕ ਨੂੰ ਦਬਾ ਕੇ ਰੱਖਦਾ। ਮੈਂ ਇਸ ਚੀਕ ਨਾਲ ਬੁਲਬੁਲੀ ਪਹੁੰਚੀ ਸੰਘ ਕੋਲ ਦਵਾਈ, ਤੇ ਮੈਂ ਕਹਿੰਦਾ ਜਦੋਂ ਬਾਹਰ ਆਉਣ ਲੱਗਦੀ ਹੈ ਤੈਨੂੰ
ਫਿਰ ਦਵਾ ਲੈਣਾ। ਜਿਹੜੇ ਮਹੀਨੇ ਤਲਬ ਦਿਹਾੜਾ ਹੁੰਦਾ ਹੈਗਾ ਜਦੋਂ ਜਿਸ ਦਿਨ ਤਨਖਾਹ ਮਿਲਣੀ ਹੁੰਦੀ ਹੈ, ਤਨਖਾਹ ਵਾਲੇ ਦਿਨ ਬਿੱਲਾਂ ਦਾ ਭੁਗਤਾਨ ਕਰਦੇ ਆ, ਜਿਹੜੇ ਘਰ ਦੇ ਨਿੱਕੇ ਨਿੱਕੇ ਬਿੱਲ ਆ ਉਹਨਾਂ ਦਾ ਭੁਗਤਾਨ ਕਰਦੇ ਆ, ਨਿੱਕੀਆਂ ਨਿੱਕੀਆਂ 100 ਸੱਧਰਾਂ ਦਾ ਘਾਣ ਕਰਦੇ ਆ। ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਮਨ ਦੇ ਸੱਧਰ ਹੁੰਦੀ ਹੈ ਕਿ ਮੈਂ ਆਹ ਕਰਾਂਗਾ, ਤਨਖਾਹ ਤੋਂ ਬਾਅਦ ਆਹ ਕਰਾਂਗਾ, ਪਰ ਉਹ ਘਰ ਦੇ ਜਿਹੜੇ ਬਿੱਲ ਹੈਗੇ ਉਹ ਵੀ ਮਸਾਂ ਪੂਰੇ ਹੁੰਦੇ ਆ। ਘੁੱਟ ਸਬਰ ਦੇ ਨਾਲ ਆਪਣੀ ਹੀ ਰੱਤ ਪੀਤੀ, ਰੱਤ ਹੁੰਦਾ ਖੂਨ ਪੀਣਾ, ਕਹਿੰਦਾ ਮੈਂ ਉਹ ਸਾਰੀਆਂ ਭਾਵਨਾਵਾਂ ਮਾਰ ਕੇ ਆਪਣੀ ਹੀ ਰੱਤ ਆਪਣਾ ਹੀ ਖੂਨ ਪੀਤਾ। ਬੱਚੇ ਨੂੰ ਬੂਟਾਂ ਦਾ ਲਾਰਾ, ਮੇਰਾ ਛੋਟਾ ਜਿਹਾ ਬੱਚਾ ਹੈ, ਉਹਨੂੰ ਮੈਂ ਕਹਿੰਦਾ ਸੀ ਪੁੱਤ ਕੋਈ ਗੱਲ ਨਹੀਂ, ਤੈਨੂੰ ਮੈਂ ਬੂਟ ਲੈ ਕੇ ਦੇਊਂਗਾ ਜਦੋਂ ਤਨਖਾਹ ਆਊਗੀ, ਪਰ ਜਦੋਂ ਤਨਖਾਹ ਆਉਂਦੀ ਹੈ ਤਨਖਾਹ ਤਾਂ ਪਹਿਲਾਂ ਹੀ ਖਰਚੀ ਹੁੰਦੀ ਹੈ, ਇਸ ਕਰਕੇ ਮੈਂ ਉਹਨੂੰ ਬੂਟਾਂ ਦਾ ਜਿਹੜਾ ਲਾਰਾ ਲਾਇਆ ਸੀ ਉਹ ਵੀ ਟਾਲਣ ਲੱਗਦਾ। ਮੈਂ ਹੋਰ ਮਹੀਨਾ ਟਾਲਣ ਵੇਲੇ ਹਰ ਵੇਲੇ ਦੱਬੀ ਚੀਕ ਮੁਲਤਵੀ ਕੀਤੀ। ਜਦੋਂ ਮੈਂ ਬੱਚੇ ਨੂੰ ਆ ਕੇ ਟਾਲਦਾ ਕਿ ਕੋਈ ਗੱਲ ਨਹੀਂ ਅਗਲੇ ਮਹੀਨੇ ਲੈ ਕੇ ਦੂੰਗਾ, ਤਾਂ ਬੱਚਾ ਵਿਚਾਰਾ ਚੁੱਪ ਕਰ ਜਾਂਦਾ। ਮੇਰੇ ਮਨ ਦੀ ਇੱਕ ਚੀਕ ਹੁੰਦੀ ਹੈ, ਮੈਂ ਉਹਨੂੰ ਕੱਢਣਾ ਚਾਹੁੰਦਾ ਪਰ ਉਹ ਨਿਕਲ ਨਹੀਂ ਰਹੀ। ਠੇਕੇ ਦੀ ਕੈਬਨ ਵਿੱਚ ਠੱਠੇ ਸ਼ੁਗਲੀ ਨਿੰਦਿਆ ਚੁਗਲੀ ਵੇਲੇ ਤੰਗੀ ਤੁਰਸ਼ੀ ਦਾ ਅਹਿਸਾਸ ਜਾਗਦਾ, ਖਾਰਾ ਬੱਤਾ ਖੋਲਣ ਲੱਗਿਆ ਲੱਗਦਾ ਆਪਣਾ ਆਪ ਪੜਦਾ। ਕਿਉਂਕਿ ਇਹ ਕਹਿੰਦਾ ਕਿ ਸ਼ਰਾਬ ਮਿਲ ਜਾਂਦੀ ਹੈ ਮੈਨੂੰ ਪੀਣ ਨੂੰ, ਤੇ ਮੈਂ ਠੇਕੇ ਦੇ ਕੋਲੇ ਜਿਹੜਾ ਨਾਲ ਕੈਬਨ ਬਣਿਆ ਉੱਥੇ ਬਹਿ ਕੇ ਸ਼ਰਾਬ ਪੀਣਾ। ਉੱਥੇ ਤਰ੍ਹਾਂ ਤਰ੍ਹਾਂ ਦੀਆਂ ਸ਼ੁਗਲ ਚੱਲਦੀ ਹੈ, ਨਿੰਦਿਆ ਚੱਲਦੀ ਹੈ, ਚੁਗਲੀ ਚੱਲਦੀ ਹੈ, ਉਹਦੇ ਵਿੱਚ ਤੰਗੀ ਤੁਰਸ਼ੀ ਦਾ ਅਹਿਸਾਸ ਵੀ ਹੁੰਦਾ ਹੈ, ਖਾਰਾ ਬੱਤਾ ਖੁੱਲਦਾ ਹੈ, ਤੇ ਇਉਂ ਲੱਗਦਾ ਕਿ ਜਿਵੇਂ ਮੈਂ ਆਪਣਾ ਆਪ ਪਾੜ ਗਿਆ ਹੁੰਦਾ ਤੇ ਮੈਂ ਆਪਣੀ ਬੁਲਬੁਲੀ ਚੀਕ ਇੱਥੇ ਮਾਰੂੰਗਾ। ਥਾਂ ਕਥਾਈ ਚੀਕ ਬੁਲਬੁਲੀ, ਪਾਣ ਚ ਜਰਦੇ ਨਾਲ ਚਵਾਈ, ਨੀਂਦਰ ਗੋਲੀਆਂ ਨਾਲ ਸਵਾਈ, ਗਦਰਾਏ ਬਦਨਾਂ ਦੀ ਮਹਿਕ ਨਾਲ ਵਿਰਚਾਈ। ਕਹਿੰਦਾ ਇਹ ਵੱਖ-ਵੱਖ ਢੰਗਾਂ ਦੇ ਨਾਲ ਨਸ਼ੇ ਕਰਕੇ ਪਾਣ ਦਾ ਜਰਦਾ ਵਗੈਰਾ ਜੋ ਵੀ ਹੈਗਾ, ਇਹ ਜਿਹੜੇ ਨਸ਼ੇ ਨਿੱਕੇ ਨਿੱਕੇ ਕਰਕੇ ਮੈਂ ਆਪਣੀ ਜਿਹੜੀ ਚੀਕ ਨੂੰ ਅੱਗੇ ਕੀਤਾ ਹੈਗਾ, ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਹੁਣ ਹੋਰ ਨਾ ਡੱਕੀ ਰਹਿੰਦੀ, ਹਰਦਮ ਜਪਤ ਨਾਲ ਹੈ ਕਹਿੰਦੀ, ਦਿਨ ਭਰ ਹੋਸ਼ ਭਟਕਦੀ, ਅੰਦਰੋਂ ਪਸਲੀਆਂ ਭੰਨਦੀ, ਰਾਤੀ ਅੱਖੀ ਨੀਂਦ ਨਾ ਪੈਂਦੀ। ਕਹਿੰਦਾ ਹੁਣ ਮੇਰੇ ਤੋਂ ਇਹ ਚੀਕ ਜਿਹੜੀ ਦਬਾਈ ਨਹੀਂ ਜਾਂਦੀ, ਮੇਰੇ ਜਿਹੜੇ ਮਨ ਦੇ ਵਿਚਾਰ ਹੈਗੇ ਆ, ਮੇਰੀ ਜਿਹੜੀਆਂ ਖਲਬਲੀਆਂ ਮਨ ਦੀਆਂ ਉਹ ਰੋਕੀਆਂ ਨਹੀਂ ਜਾ ਰਹੀਆਂ, ਮੇਰੇ ਜਿਹੜੇ ਜਜ਼ਬਾਤ ਆ ਉਹ ਬਾਹਰ ਆ ਰਹੇ ਆ। ਦਿਨ ਭਰ ਮੇਰੀ ਹੋਸ਼ ਭਟਕਦੀ ਰਹਿੰਦੀ ਹੈ, ਮੈਂ ਆਪਣੇ ਅੰਦਰੋਂ ਇੱਕ ਜਿਹੜੀ ਗੱਲ ਹੈਗੀ ਹੈ, ਆਪਣੇ ਮਨ ਦੇ ਵਿਚਾਰ ਹੈਗੇ ਉਹ ਕਹਿਣਾ ਚਾਹੁੰਦਾ ਲੋਕਾਂ ਨੂੰ, ਸਰਕਾਰਾਂ ਨੂੰ। ਤੇ ਮੈਂ ਹੁਣ ਇੱਕ ਮੇਰੇ ਦਿਲ ਦੇ ਵਿੱਚ ਆਇਆ, ਹੁਣ ਜੀ ਕਰਦਾ ਹੈ ਕੱਲ ਕਚਹਿਰੀ ਲਾਗੇ ਗਾਂਧੀ ਚੌਕ 'ਚ ਖੜ ਕੇ ਸਾਰਾ ਗੁੱਬ ਘਲਾਟ ਕੱਢ ਲਵਾਂ। ਤੇ ਮੇਰਾ ਜੀ ਕਰਦਾ ਹੈ ਕਿ ਗਾਂਧੀ ਚੌਕ ਦੇ ਵਿੱਚ ਜਾ ਕੇ, ਜਿੱਥੇ ਗਾਂਧੀ ਜੀ ਦਾ ਬੁੱਤ ਲੱਗਿਆ ਹੋਇਆ ਹੈ, ਉਸ ਬੁੱਤ ਦੇ ਕੋਲ ਜਾ ਕੇ ਮੈਂ ਸਾਰੀਆਂ ਆਪਣੇ ਮਨ ਦੀਆਂ ਭਾਵਨਾਵਾਂ ਕੱਢ ਲਵਾਂ, ਸਾਰਾ ਗੁੱਬ ਘਲਾਟ ਕੱਢ ਲਵਾਂ। ਇੰਨੇ ਚਿਰ ਦੀ ਡੱਕੀ ਹੋਈ ਖੁੱਲ੍ਹ ਕੇ ਚੀਕ ਬੁਲਬੁਲੀ ਮਾਰਾਂ, ਤੇ ਮੈਂ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਲਵਾਂ, ਮੈਂ ਮਨ ਦੇ ਸਾਰੀਆਂ ਸੱਧਰਾਂ ਪੂਰੀਆਂ ਕਰ ਲਵਾਂ, ਜਿਹੜੀਆਂ ਮਨ ਦੀਆਂ ਗੱਲਾਂ ਮੈਂ ਕਰਨੀਆਂ ਉੱਥੇ ਕਰ ਲਵਾਂ, ਖੁੱਲ੍ਹ ਕੇ ਉੱਥੇ ਚੀਕ ਮਾਰ ਲਵਾਂ ਬੁਲਬੁਲੀ। ਮੁਸਕਾਉਂਦੇ ਗਾਂਧੀ ਦੇ ਬੁੱਤ ਤੋਂ ਡਾਂਡੀ ਸਫ਼ਰ ਦੀ ਸੋਟੀ ਖੋ ਕੇ ਆਪਣਾ ਹੀ ਸਿਰ ਪਾੜਾਂ। ਕਹਿੰਦਾ ਵੀ ਗਾਂਧੀ ਦੇ ਜਿਹੜਾ ਬੁੱਤ ਲੱਗਿਆ ਉਹਦੇ ਹੱਥ ਦੇ ਵਿੱਚ ਜਿਹੜੀ ਸੋਟੀ ਹੈਗੀ ਹੈ, ਜਿਹੜੀ ਕਿ ਡਾਂਡੀ ਸਫ਼ਰ ਦੀ ਯਾਦ ਦਿਵਾਉਂਦੀ ਹੈ, ਉਹ ਸੋਟੀ ਨੂੰ ਖੋ ਕੇ ਮੈਂ ਆਪਣੇ ਸਿਰ 'ਚ ਮਾਰ ਲਵਾਂ ਤੇ ਆਪਣੇ ਸਿਰ ਨੂੰ ਪਾੜ ਲਵਾਂ। ਲਹੂ ਪਲੱਥਾ ਬੁੱਤ ਦੇ ਪੈਰੀ ਡਿੱਗਾਂ, ਸਾਹ ਛੱਡਣ ਤੋਂ ਪਹਿਲਾਂ ਇੱਕ ਦੋ ਵਾਰੀ ਰਾਮ ਪੁਕਾਰਾਂ। ਤੇ ਮੈਂ ਜਿਵੇਂ ਗਾਂਧੀ ਨੇ ਲਾਸਟ ਟਾਈਮ ਰਾਮ ਪੁਕਾਰਿਆ ਸੀ, ਉਸ ਤਰ੍ਹਾਂ ਰਾਮ ਪੁਕਾਰ ਕੇ ਮੈਂ ਆਪਣੇ ਮਨ ਦੀਆਂ ਸੱਧਰ ਨੂੰ ਪੂਰਾ ਕਰਨਾ ਚਾਹੁੰਦਾ, ਮਨ ਦੀ ਬੁਲਬੁਲੀ ਚੀਕ ਨੂੰ ਪੂਰਾ ਕਰਨਾ ਚਾਹੁੰਦਾ। ਸੋ ਇਸ ਤਰ੍ਹਾਂ ਵਿਦਿਆਰਥੀ ਇਸ ਕਵਿਤਾ ਦੇ ਵਿੱਚ ਕਵੀ ਨੇ ਇੱਕ ਮੱਧ ਵਰਗੀ ਇਨਸਾਨ ਦੀਆਂ ਮਜਬੂਰੀਆਂ ਦੀ ਗੱਲ ਕੀਤੀ ਹੈ। ਇੱਕ ਮੱਧ ਵਰਗੀ ਇਨਸਾਨ ਜਿਹੜਾ ਕਿ ਜਿਉਂਦਾ ਹੋਇਆ ਵੀ ਮੋਹਿਆਂ ਦੇ ਬਰਾਬਰ ਹੈ, ਆਪਣੇ ਮਨ ਦੀ ਗੱਲ ਉਹ ਕਹਿ ਨਹੀਂ ਪਾਉਂਦਾ, ਆਪਣੇ ਮਨ ਨੂੰ ਦੇ ਵਿੱਚ ਜਿਹੜੀਆਂ ਵਿਚਾਰਾਂ ਨੂੰ ਪ੍ਰਗਟ ਨਹੀਂ ਕਰ ਪਾਉਂਦਾ, ਉਹਦੀ ਗੱਲ ਕੀਤੀ ਹੈ। ਦੂਸਰੀ ਕਵਿਤਾ ਘਰ। ਇਸ ਕਵਿਤਾ ਦੇ ਵਿੱਚ ਘਰ ਦੇ ਮਹੱਤਵ ਦੀ ਗੱਲ ਕੀਤੀ ਹੈ ਕਵੀ ਨੇ, ਕਿ ਘਰ ਆ ਜਿਹੜਾ ਇਕੱਲਾ ਜਿਹੜਾ ਸਭਿਅਤਾ ਹੈਗੀ ਹੈ ਉਹਦੇ ਵਿਕਾਸ ਦੀ ਨਿਸ਼ਾਨੀ ਹੈਗੀ ਹੈ। ਸਾਡੇ ਸਮਾਜ ਦੇ ਵਿੱਚ ਤਿੰਨ ਚੀਜ਼ਾਂ, ਘਰ ਹੋ ਗਿਆ, ਵਿਆਹ ਹੋ ਗਿਆ ਜਾਂ ਪਰਿਵਾਰ ਹੋ ਗਿਆ, ਇਹਨਾਂ ਦਾ ਹੋਣਾ ਜ਼ਰੂਰੀ ਹੈ। ਇੱਕ ਮਨੁੱਖ ਦੀਆਂ ਭਾਵਨਾਵਾਂ ਦੇ ਨਾਲ ਜੁੜੇ ਹੋਣਾ ਜ਼ਰੂਰੀ ਹੈਗਾ। ਜੇਕਰ ਇਹ ਤਿੰਨਾਂ ਦੇ ਵਿੱਚੋਂ ਇੱਕ ਵੀ ਨਹੀਂ ਹੈਗੀ ਤਾਂ ਸਾਡੇ ਪਰਿਵਾਰ ਕਿਤੇ ਨਾ ਕਿਤੇ ਜਾਂ ਸਾਡਾ ਮਾਨਸਿਕ ਸਥਿਤੀ ਹੈ ਜਿਹੜੀ ਕਿਤੇ ਨਾ ਕਿਤੇ ਉਹ ਡਾਮਾਡੋਲ ਹੋ ਜਾਂਦੀ ਹੈ। ਇਹਦੀ ਗੱਲ ਕਵੀ ਕਰਦਾ। ਹੁਣ ਇਸ ਘਰ ਵਿੱਚ ਜੀ ਨਹੀਂ ਲੱਗਦਾ, ਸਾਰਾ ਦਿਨ ਤੱਕਿਆ ਅਸਮਾਨੀ, ਭੈ ਦੀਆਂ ਗਿਰਜਾਂ ਪਾਉਂਦੀਆਂ ਰਹੀਆਂ, ਰਵੀ ਅਸਤਿਆ, ਰਵੀ ਹੁੰਦਾ ਹੈਗਾ ਸੂਰਜ, ਅਸਤਿਆ ਹੁੰਦਾ ਡੁੱਬ ਰਿਹਾ। ਕਹਿੰਦਾ ਇੱਕ ਛੜਾ ਬੰਦਾ ਜਿਹਦਾ ਕੋਈ ਪਰਿਵਾਰ ਨਹੀਂ ਹੈਗਾ, ਜਿਹਨੇ ਕਿਤੇ ਵਿਆਹ ਨਹੀਂ ਕਰਾਇਆ ਜ਼ਿੰਦਗੀ ਦੇ ਵਿੱਚ, ਉਹਦੀ ਗੱਲ ਕੀਤੀ ਗਈ, ਉਸ ਵਿਅਕਤੀ ਨੂੰ ਪੇਸ਼ ਕੀਤਾ ਗਿਆ। ਇਸ ਘਰ ਦੇ ਵਿੱਚ ਹੁਣ ਕਹਿੰਦਾ ਮੇਰਾ ਜੀ ਨਹੀਂ ਲੱਗਦਾ, ਸਾਰਾ ਦਿਨ ਕਹਿੰਦਾ ਮੈਂ ਅਸਮਾਨ ਕੰਨੀ ਤੱਕਦਾ ਰਹਿਣਾ, ਮੈਨੂੰ ਇਉਂ ਡਰ ਲੱਗਣ ਲੱਗ ਗਿਆ ਅਸਮਾਨ ਤੋਂ ਕਿ ਜਿਵੇਂ ਜਿਹੜੀਆਂ ਗਿਰਜਾਂ ਫਿਰਦੀਆਂ ਪਾਉਂਦੀਆਂ ਇਹ ਆ ਕੇ ਕਿਤੇ ਨਾ ਕਿਤੇ ਮੇਰੇ ਤੇ ਝਪਟ ਪੈਣਗੀਆਂ। ਜਦੋਂ ਹੀ ਸੂਰਜ ਛੁਪਦਾ ਹੈ ਤੇ ਮੇਰੇ ਮਨ ਦੇ ਵਿੱਚ ਅਜੀਬੋ ਗਰੀਬ ਇੱਕ ਡਰ ਉਪਜਣ ਲੱਗ ਪੈਂਦਾ, ਜੀਕਣ ਅਸਤ ਚੁਗਣ ਨੂੰ ਬੈਠਾ ਅੱਜ ਇਹ ਕਈਆਂ ਸ਼ਾਮਾਂ ਪਈਆਂ। ਅਸਤ ਹੁੰਦਾ ਹੈਗਾ ਅਸਤੀਆਂ ਮਰਨ ਤੋਂ ਬਾਅਦ ਜਿਹੜੇ ਫੁੱਲ ਚੁਗੇ ਜਾਂਦੇ ਉਹਨਾਂ ਦੀ ਗੱਲ ਹੈ, ਤੇ ਇੱਦਾਂ ਲੱਗਦਾ ਕਿ ਜਿਵੇਂ ਉਹ ਇੱਕ ਵੇਟ ਕਰ ਰਹੀਆਂ ਹੈਗੀਆਂ ਕਿ ਮੇਰੇ ਫੁੱਲ ਚੁਗੇ ਜਾਣ, ਮੈਂ ਮਰ ਜਾਣਾ ਹੈਗਾ, ਮੈਨੂੰ ਅਲੱਗ ਲੱਗ ਰਿਹਾ, ਮੈਨੂੰ ਅਹਿਸਾਸ ਹੋ ਰਿਹਾ। ਇੱਕ ਇਕੱਲੇ ਬੰਦੇ ਦੀ ਜ਼ਿੰਦਗੀ ਦੀ ਗੱਲ ਕਰ ਰਿਹਾ ਕਵੀ, ਵਿਅਕਤੀ ਦੀ ਗੱਲ ਕਰ ਰਿਹਾ ਜਿਹੜਾ ਜ਼ਿੰਦਗੀ ਦੇ ਵਿੱਚ ਸਿਰਫ ਇਕੱਲਾ ਹੈਗਾ। ਖਬਰ ਨਹੀਂ
है किहड़े राही जाद परिंदा उड़दा आया। कहंदा ये मैनूं खबर नहीं किहड़े राहां दे उपरों किहड़े राही कोई जादां दा मेरा जिहड़ा परिंदा उड़दा होया आ गया। हुण जादां दा परिंदा की है, क्योंकि जाद तां कोई है नहीं, परिवार नहीं हैगा, फैमिली नहीं हैगी, घर है इकल्ला वा, सिर्फ विआह नहीं करवाया उन्हें, अगे कोई फैमिली नहीं हैगी। सो इस करके वो बंदे नूं अपने आप दे विच अपने आप तो डर आ रहा है ते सारा माहौल उल्लू वर्गा बैठा आण बनेरे कर्मा हारे। कहंदा भी इदां लगदा कि एक परिंदा आ गया हुंदा है, उल्लू घर दे बनेरे ते आके बैठ गया हुंदा है। असल दे विच उल्लू अपने आप दे विच उजाड़ भालदा है ते जिंदगी दे विच इहदी उजाड़ आई हुई है। डैन जही रात कलमूही, कहंदा जिहड़ी रात मैनूं ऐ लगदी जिवें डैन वर्गी हुंदी है, कलमूही रात तो भी मैनूं डर लगदा है। आण के बूहों बाहर खड़ी है, मेरे बार दे सामने खड़ी है, हुण रात पै जानी है, दिन तो बाद सूरज छुप गया, काहनूं दीप जगावां एवें। ते हुण मैनूं जिहड़ा हनेरा ਉਹਨੂੰ दूर करन दी खातर मैं दीप नहीं जगाउणा चाहुंदा। दीप हनेरे ਨੂੰ ਭਜਾਉਣ ਦੇ ਲਈ ਚਾਨਣ ਦਾ ਹੋਣਾ ਜ਼ਰੂਰੀ ਹੈ। ਚਾਨਣ ਪੋਜ਼ਿਟਿਵ ਵਿਚਾਰਾਂ ਦਾ ਪ੍ਰਤੀਕ ਹੈਗਾ, ਹਨੇਰਾ ਨੈਗੇਟਿਵ ਵਿਚਾਰਾਂ ਦਾ ਪ੍ਰਤੀਕ ਹੈਗਾ, ਅਗਾਂਹ ਵਧੂ ਅਗਾਂਹ ਸੋਚ ਦਾ ਪ੍ਰਤੀਕ ਹੈ ਚਾਨਣ। ਕਾਹਨੂੰ ਦੀਪ ਜਗਾਵਾਂ ਐਵੇਂ, ਨਾ ਹੁਣ ਚੰਦਨ ਚੌਕੀ ਨਾ ਹੁਣ ਸੋਹਣੇ ਗੜਬਾ। ਕਹਿੰਦਾ ਵੀ ਨਾ ਤਾਂ ਹੁਣ ਚੰਦਨ ਚੌਂਕੀ ਲੱਗਣੀ ਹੈ ਤੇ ਨਾ ਹੀ ਹੁਣ ਸੋਨੇ ਦੇ ਗੜਬਾ। ਉਹ ਜਿਹੜੀਆਂ ਇੱਕ ਰੀਤਾਂ ਹੁੰਦੀਆਂ ਵਿਆਹ ਦੀਆਂ, ਉਹ ਵੀ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਪਹਿਲਾਂ ਲੰਘ ਚੁੱਕੀਆਂ, ਨਹੀਂ ਹੁਣ ਆਉਣੀਆਂ। ਦੂਰ ਬੜੀ ਪਰ ਪਿੰਡ ਦੀ ਜੂਹ ਵਿੱਚ ਸੋਗੀ ਕੁੱਤੇ ਰੋਂਦੇ ਸੁਣਦੇ। ਕਹਿੰਦਾ ਹੁਣ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਸੋਗੀ ਕੁੱਤੇ ਰੌਲਾ ਪਾ ਰਹੇ ਹੈ, ਜੂ ਪਿੰਡ ਦੀ ਜੂਹ ਦੇ ਵਿੱਚ ਸੋਗੀ ਕੁੱਤੇ ਰੋਂਦੇ ਸੁਣਦੇ ਹੈ। ਖੈਰ ਕਰੇ ਰੱਬ ਇਸ ਘਰ ਉੱਤੇ ਭੀੜ ਬਣੀ ਦਿਸਦੀ ਹੈ ਭਾਰੀ। ਤੇ ਪ੍ਰਮਾਤਮਾ ਅੱਗੇ ਰਜੋਈ ਹੈ, ਵਾਹਿਗੁਰੂ ਅੱਗੇ ਰਜੋਈ ਹੈ ਕਿ ਇਸ ਘਰ ਦੇ ਉੱਪਰ ਉਹ ਮਿਹਰ ਕਰੇ, ਕਿਉਂਕਿ ਇਸ ਘਰ ਦੇ ਉੱਪਰ ਲੱਗਦਾ ਹੈ ਕਿ ਬਹੁਤ ਵੱਡੀ ਜਿਵੇਂ ਭੀੜ ਬਣ ਗਈ ਹੁੰਦੀ ਹੈ। ਗੱਲ ਗੱਲ ਉੱਤੇ ਖਿਜ ਉੱਠਦੀ ਏ, ਚਿੱਤ ਵਿੱਚ ਹਰਦਮ ਇੱਟ ਖੜਿੱਕਾ ਰਹਿੰਦਾ। ਇੱਟ ਖੜਿੱਕਾ ਹੁੰਦਾ ਹੈਗਾ ਮਨ ਦੇ ਵਿੱਚ ਵਿਚਾਰ ਚੱਲਦੇ ਰਹਿੰਦੇ ਹੈ, ਆਤਮ ਵਿਰੋਧੀ ਵਿਚਾਰ ਚੱਲਦੇ ਰਹਿੰਦੇ, ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਰਹੀ ਹੈ, ਵਿਚਾਰਾਂ ਦੀ ਲੜਾਈ ਹੋ ਰਹੀ ਹੈ। ਕਾਲਾ ਰੋਗ ਕਲੇਸ਼ ਦਾ ਜਿੰਦ ਨੂੰ ਲੱਗਾ ਤੇ ਮਨ ਦੇ ਵਿੱਚ ਬਹੁਤ ਸਾਰੇ ਕਲੇਸ਼ ਉੱਠਦੇ ਆ, ਬਹੁਤ ਸਾਰੇ ਵਿਚਾਰ ਇਸ ਤਰ੍ਹਾਂ ਉੱਠਦੇ ਆ ਜਿਨ੍ਹਾਂ ਨੂੰ ਆਪਸ ਦੇ ਵਿੱਚ ਹੀ ਉਹ ਟਕਰਾਉਂਦੇ ਰਹਿੰਦੇ ਆ। ਢੂੰਡ ਸਮੇਂ ਨੇ ਗੱਡਿਆ ਦਿਲ ਵਿੱਚ ਸੇਹ ਦਾ ਤਕਲਾ। ਢੂੰਡ ਸਮੇਂ ਨੇ ਗੱਡਿਆ ਦਿਲ ਵਿੱਚ ਸੇਹ ਦਾ ਤਕਲਾ। ਸੇਹ ਦਾ ਤਕਲਾ ਆਪਣੇ ਆਪ ਦੇ ਵਿੱਚ ਲੜਾਈ ਦੀ ਗੱਲ ਹੈ। ਸੇਹ ਇੱਕ ਜਾਨਵਰ ਔਰ ਉਹਦਾ ਤਕਲਾ ਜਦੋਂ ਕਿਹਾ ਜਾਂਦਾ ਲੜਾਈ ਦਾ ਜਿੱਥੇ ਮਾਹੌਲ ਹੋਵੇ, ਕਹਿੰਦਾ ਇਹਨਾਂ ਦੇ ਘਰੇ ਤਾਂ ਸੇਹ ਦਾ ਤਕਲਾ ਗੱਡਿਆ ਹੋਇਆ। ਲੜਾਈ ਦੇ ਮਾਹੌਲ ਦੇ ਵਿੱਚ ਕਹਿੰਦਾ ਮੈਂ ਆਪਣੇ ਆਪ ਨੂੰ ਉਭਾਰਾਂ। ਕਿਸ ਤਰ੍ਹਾਂ ਉਭਾਰਾਂ? ਕਹਿੰਦਾ ਮੈਂ ਇਹ ਮੇਰੇ ਮਨ ਦੇ ਵਿਚਾਰ ਹੈਗੇ, ਮੇਰੇ ਮਨ ਦੇ ਆਪਸ ਦੇ ਵਿੱਚ ਜਿਹੜੀ ਲੜਾਈ ਹੈਗੀ, ਮਨ ਦੀ ਅੰਦਰ ਦੀ ਲੜਾਈ ਹੈ, ਉਹਦੀ ਗੱਲ ਕਰ ਰਿਹਾ ਕਵੀ। ਇਹ ਘਰ ਕਿਸੇ ਜੁਗਤ ਨਹੀਂ ਸੋਹੰਦਾ, ਕੱਲਰ ਹੋਇਆ ਕੰਧਾਂ ਉੱਤੇ ਹੁਣ ਨਾ ਲੇਪਣ ਪੋਚੇ ਟਿਕਦੇ ਪਹੁੰਦੇ। ਖੁਰੀਆਂ ਨੀਹਾਂ ਕੜਕਣ ਕੜੀਆਂ ਹੁਣ ਨਹੀਂ ਕੋਠਾ ਚੱਲਣ ਜੋਗਾ, ਵੀਰਵਾਰ ਦੀਆਂ ਝੜੀਆਂ। ਕਹਿੰਦਾ ਵੀ ਇਹ ਘਰ ਤਾਂ ਹੁਣ ਬੜਾ ਹੀ ਨਿਰਮੋਹਾ ਜਿਹਾ ਹੋ ਗਿਆ। ਘਰ ਦੇ ਵਿੱਚ ਕਹਿੰਦੇ ਔਰਤ ਦਾ ਹੋਣਾ ਜ਼ਰੂਰੀ ਹੈ, ਅਨਮੈਰਿਡ ਬੰਦਾ ਹੈਗਾ, ਘਰ ਵੀ ਔਰਤਾਂ ਨਾਲ ਹੀ ਸੌਂਦੇ ਹੈ। ਕਹਿੰਦਾ ਮੇਰੇ ਜਿਹੜੇ ਘਰ ਦੀਆਂ ਕੰਧਾਂ ਹੈਗੀਆਂ ਉਹ ਵੀ ਉਹਨਾਂ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਸੋਰਾ ਆ ਗਿਆ, ਕੰਧਾਂ ਵੀ ਢਹਿਣ ਵਾਲੀਆਂ ਹੋ ਗਈਆਂ। ਹੁਣ ਨਾ ਲੇਪਣ ਪੋਚੇ ਟਿਕਦੇ ਪਹੁੰਦੇ। ਹੁਣ ਕਹਿੰਦਾ ਕਿ ਇੱਥੇ ਨਾ ਕੋਈ ਲਿਪਣ ਪੋਚਣ ਵਾਲਾ, ਨਾ ਹੀ ਕਹਿੰਦਾ ਸੋਹਣੇ ਲੱਗਦੇ ਆ ਕਲਰ ਇਹਨਾਂ ਨੂੰ ਕੀਤੇ ਹੋਏ। ਖੁਰੀਆਂ ਨੀਹਾਂ ਕੜਕਣ ਕੜੀਆਂ, ਤੇ ਹੁਣ ਤਾਂ ਇਹਦੀਆਂ ਨੀਹਾਂ ਵੀ ਖੁਰ ਗਈਆਂ ਤੇ ਕੜੀਆਂ ਵੀ ਇਹਦੀਆਂ ਹੁਣ ਤਾਂ ਕੜਕਣ ਲੱਗ ਪਈਆਂ। ਅੱਗੇ ਪੁਰਾਣੇ ਸਮੇਂ ਜਿਹੜੀਆਂ ਛੱਤਾਂ ਹੁੰਦੀਆਂ ਸੀ ਉਹ ਕੜੀਆਂ ਦੀਆਂ ਹੁੰਦੀਆਂ ਸੀ, ਬਾਲਿਆਂ ਦੀਆਂ ਹੁੰਦੀਆਂ ਸੀ, ਉਹ ਬਾਲੇ ਤੇ ਕੜੀਆਂ ਵੀ ਸ਼ੌਂਕ ਲੱਗ ਗਿਆ। ਹੁਣ ਕਹਿੰਦਾ ਕਿ ਛੱਤ ਵੀ ਐਂ ਲੱਗਦਾ ਕਿ ਉੱਤੇ ਡਿੱਗੂਗੀ। ਹੁਣ ਨਹੀਂ ਕੋਠਾ ਝੱਲਣ ਜੋਗਾ, ਵੀਰਵਾਰ ਦੀਆਂ ਝੜੀਆਂ। ਤੇ ਜੇਕਰ ਲਗਾਤਾਰ ਮੀਂਹ ਪੈ ਗਿਆ ਤਾਂ ਸ਼ਾਇਦ ਮੇਰਾ ਘਰ ਵੀ ਢਹਿ ਜਾਊਗਾ, ਮੇਰਾ ਇਹ ਕੋਠਾ ਵੀ ਢਹਿ ਜਾਊਗਾ। ਹੇ ਮੇਰੇ ਮਨ ਜੇ ਨਹੀਂ ਫਿਰ ਇਸ ਦਰਵਾਜ਼ੇ, ਅੱਟੇ ਵਿੱਚ ਪੁਰਤੇ ਅੰਬ ਪੱਤੀਆਂ ਦੇ ਸਹਿਰੇ ਵੱਜਣੇ। ਇਸ ਵਿਹੜੇ ਵਿੱਚ ਫਿਰ ਕਦੀ ਜੇ ਕੋਈ ਚੌਕਪੂਰ ਨਹੀਂ ਹੋਣਾ। ਜੇ ਇਹ ਸਰਦਲ ਸੇਕ ਦੇ ਜੋਗੀ, ਇਸ ਤੇ ਤੇਲ ਕਿਸੇ ਨਹੀਂ ਚੋਣਾ। ਤਾਂ ਤੂੰ ਇਸ ਚੋਂ ਕੀ ਲੈਣਾ, ਕੱਲ ਢਹਿੰਦੀ ਤਾਂ ਅੱਜ ਢਹਿ ਜਾਵੇ। ਕਹਿੰਦਾ ਵੀ ਜਦੋਂ ਹੁਣ ਕੋਈ ਆਸ ਹੀ ਨਹੀਂ ਰਹੇਗੀ ਜ਼ਿੰਦਗੀ ਦੇ ਵਿੱਚ ਕਿ ਇਸ ਘਰ ਦੇ ਵਿੱਚ ਕਦੇ ਕੋਈ ਬੱਚਾ ਪੈਦਾ ਹੋਊਗਾ, ਔਰ ਬੱਚਾ ਪੈਦਾ ਹੋਊਗਾ ਤਾਂ ਜਾਂ ਕੋਈ ਵਿਆਹ ਹੋਊਗਾ, ਤਾਂ ਘਰ ਦੇ ਅੱਗੇ ਜਿਹੜੇ ਅੰਬ ਦੇ ਪੱਤੇ ਬੰਨੇ ਜਾਂਦੇ ਆ ਉਹ ਨਹੀਂ ਵੱਜਣੇ ਕਦੇ ਵੀ। ਔਰ ਨਾ ਹੀ ਇਸ ਵਿਹੜੇ ਦੇ ਵਿੱਚ ਕਦੇ ਕੋਈ ਚੌਕ ਪੂਰੀ ਹੋਣੀ ਹੈ, ਭਾਵ ਵਿਆਹ ਦੀਆਂ ਰਸਮਾਂ ਜਾਂ ਬੱਚੇ ਦੇ ਨਾਲ ਜਨਮ ਨਾਲ ਸੰਬੰਧਿਤ ਰਸਮਾਂ, ਕੋਈ ਵੀ ਰਸਮ ਨਹੀਂ ਹੋਣੀ। ਜੇ ਸਰਦਲ ਨੂੰ ਇਸ ਤਰ੍ਹਾਂ ਸਿਉਂਕ ਹੀ ਲੱਗਣੀ ਹੈ, ਸੇਕ ਹੁੰਦੀ ਹੈ ਕਿ ਸਿਉਂਕ ਲੱਗਣੀ ਹੈ, ਤੇ ਸਰਦਲ ਸਿਰਫ ਸਿਉਂਕ ਲੱਗਣ ਜੋਗਾ ਹੀ ਹੈ, ਤਾਂ ਇਸ ਦੇ ਤੇਲ ਕਿਸੇ ਨਹੀਂ ਚੋਣਾ। ਤੇ ਨਾ ਹੀ ਕਿਸੇ ਦੇ ਆਉਣ ਦੇ ਵਿੱਚ ਖੁਸ਼ੀ ਦੇ ਵਿੱਚ ਕਿਸੇ ਨੇ ਇੱਥੇ ਤੇਲ ਚੋਣਾ ਹੈ। ਤਾਂ ਤੂੰ ਇਸ ਚੋਂ ਕੀ ਲੈਣਾ, ਕੱਲ ਢਹਿੰਦੀ ਤਾਂ ਅੱਜ ਢਹਿ ਜਾਵੇ। ਕਹਿੰਦਾ ਜੇ ਘਰ ਕੱਲ ਢਹਿੰਦਾ ਤਾਂ ਅੱਜ ਹੀ ਢਹਿ ਜਾਵੇ, ਕਿਉਂਕਿ ਨਾ ਤਾਂ ਇੱਥੇ ਕੋਈ ਜਨਮ ਲੈਣਾ ਕਿਸੇ ਨੇ, ਨਾ ਇਸ ਤੇ ਕਿਸੇ ਦਾ ਵਿਆਹ ਹੋਣਾ ਹੈ।
ਨਾ ਹੀ ਇਸ ਪਰਿਵਾਰ ਨੇ ਅੱਗੇ ਵਧਣਾ ਹੈ, ਨਾ ਹੀ ਇਸ ਪਰਿਵਾਰ ਦੇ ਵਿੱਚ ਹੋਰ ਕੀ ਅੱਗੇ ਹੈਗਾ। ਇਹ ਪਰਿਵਾਰ ਤਾਂ ਸਿਰਫ ਮੈਂ ਹੀ ਹਾਂ ਇਕੱਲਾ, ਮੇਰੇ ਨਾਲ ਹੀ ਇਹ ਪਰਿਵਾਰ ਸੀਗਾ। ਔਰ ਇਹ ਛੜੇ ਬੰਦੇ ਦੀ ਜ਼ਿੰਦਗੀ ਦੀ ਡੈਫੀਨੇਸ਼ਨ ਨੂੰ ਨਿਰਧਾਰਿਤ ਕਰਦਾ ਹੈ, ਉਸ ਦੀਆਂ ਮਜਬੂਰੀਆਂ ਦੀ ਗੱਲ ਕਰਦਾ ਹੈ, ਇੱਕ ਘਰ ਦੇ ਮਹੱਤਵ ਦੀ ਗੱਲ ਕਰਦਾ ਹੈ, ਇੱਕ ਸੰਸਥਾ ਦੀ ਗੱਲ ਕਰਦਾ ਹੈ। ਸੰਸਥਾ, ਘਰ, ਵਿਆਹ ਤੋਂ ਬਾਅਦ ਹੀ ਘਰ ਬਣਦੇ ਹੈ ਔਰ ਪਰਿਵਾਰ ਬਣਦੇ ਆ, ਉਹਨਾਂ ਪਰਿਵਾਰਾਂ ਦੀ ਗੱਲ ਕਰਦਾ ਹੈ। ਬੇਪਰਿਵਾਰੇ ਲੋਕਾਂ ਦੇ ਵਿੱਚ, ਮਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਉਪਜਦੇ ਆ, ਉਹਨਾਂ ਦੀ ਗੱਲ ਕਵੀ ਕਰਦਾ। ਸੋ ਵਿਦਿਆਰਥੀਓ, ਤੁਹਾਡੀਆਂ ਇਹ ਦੋ ਕਵਿਤਾਵਾਂ, ਪਹਿਲੀ ਕਵਿਤਾ ਤੇ ਦੂਸਰੀ ਕਵਿਤਾ, ਇਹਨਾਂ ਦੇ ਆਪਾਂ ਵਿਚਾਰ ਦੇਖੇ ਹੈਗੇ ਆ ਔਰ ਇਹਨਾਂ ਦੇ ਸਰਲ ਅਰਥ ਕੀਤੇ ਹੈਗੇ ਆ। ਘਰ ਕਵਿਤਾ ਦੇ ਵਿੱਚ ਕਵੀ ਕਿਸ ਤਰ੍ਹਾਂ ਦੀ ਗੱਲ ਕਰਨੀ ਚਾਹੁੰਦਾ ਹੈ, ਬੁਲਬੁਲੀ ਚੀਕ ਦੇ ਵਿੱਚ ਕਿਸ ਤਰ੍ਹਾਂ ਦੀ ਗੱਲ ਕਰਨੀ ਚਾਹੁੰਦਾ ਹੈ, ਉਹਨਾਂ ਦੇ ਵਿੱਚ ਪੈਦਾ ਹੋਣ ਵਾਲੇ ਛੋਟੇ ਛੋਟੇ ਕੁਐਸਚਨ ਇਹਨਾਂ ਦੀ ਵਿਆਖਿਆ ਦੇ ਵਿੱਚੋਂ ਨਿਕਲਣਗੇ ਕਿ ਕਵੀ ਨੂੰ ਕਿਸ ਪਾਠ ਪੁਸਤਕ ਦੇ ਜਾਂ ਕਿਸ ਕਾਵਿ ਸੰਗ੍ਰਹਿ ਦੇ ਉੱਪਰ ਸਾਹਿਤ ਅਕਾਦਮੀ ਦਾ ਨਾਮ ਮਿਲਿਆ, ਸੋਹਣ ਸਿੰਘ ਮੂਸਾ ਕਿਸ ਕਾਵਿ ਧਾਰਾ ਦਾ ਕਵੀ ਹੈਗਾ, ਕਿ ਉਹ ਕਾਵਿ ਧਾਰਾ ਤੋਂ ਕਿਸੇ ਤੋਂ ਵੀ ਨਿਰਲੇਪ ਹੋ ਕੇ ਕਵਿਤਾ ਲਿਖਦਾ ਹੈ, ਕਿਸ ਤਰ੍ਹਾਂ ਦੀ ਗੱਲ ਕਰਦਾ ਹੈ, ਇਹਨਾਂ ਕਵਿਤਾਵਾਂ ਦੇ ਸਾਰ ਕੀ ਹੈ, ਸਰਲ ਅਰਥ ਕੀ ਹੈ। ਸੋ ਇਹਨਾਂ ਦੀ ਆਪਾਂ ਅੱਜ ਗੱਲ ਕੀਤੀ ਹੈ। ਕੱਲ੍ਹ ਨੂੰ ਕੋਈ ਨਵੀਂ ਕਵਿਤਾ ਦੀ ਗੱਲ ਕਰਾਂਗੇ, ਅਗਲੇ ਦਿਨਾਂ ਦੇ ਵਿੱਚ ਅਗਲੇ ਕਵੀ ਦੀ ਗੱਲ ਕਰਾਂਗੇ। ਅੱਜ ਦੀ ਕਵਿਤਾ, ਅੱਜ ਦਾ ਲੈਕਚਰ ਇੱਥੇ ਹੀ ਖਤਮ ਕਰਦੇ ਹਾਂ ਆਪਾਂ।